ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਜ਼ਿੰਦਗੀ, ਸੋਚ, ਨਜ਼ਰੀਆ। ਕਈ ਵਾਰ ਸਵਾਲ ਆਉਂਦਾ ਕਿ ਮਨ ਵਿੱਚ ਵਿਚਾਰ ਬਹੁਤ ਘੁੰਮਦੇ ਨੇ, ਔਰ ਇਹ ਕਿਸੇ ਇੱਕ ਨਾਲ ਨਹੀਂ, ਸਭ ਦੇ ਨਾਲ ਹੀ ਹੈ। ਸਾਡੇ ਸਭ ਨਾਲ ਜਿਹੜੇ ਵਿਚਾਰ ਨੇ, ਕਿਉਂਕਿ ਜਿਹੜਾ ਮਨੁੱਖ ਹੈ ਕੀ, ਜੋ ਸਾਡਾ ਦਿਮਾਗ ਹੈ ਕੀ ਹੈ, ਉਹਦੇ ਅੰਦਰ ਕੀ ਹੈ, ਦਿਮਾਗ ਹੈ ਕੀ ਚੀਜ਼। ਕੋਈ ਜਿਹੜਾ ਵਿਚਾਰ ਨੇ, ਕਹਿ ਲਓ ਕਿ ਉਹਨਾਂ ਵਿਚਾਰਾਂ ਦਾ ਇੱਕ ਟਿਕਾਣਾ, ਇੱਕ ਘਰ ਹੈ ਜਿਹਦੇ 'ਚ ਸਾਰੇ ਜਿਹੜੇ ਵਿਚਾਰ ਨੇ ਉਹ ਆ ਕੇ ਟਿਕ ਜਾਂਦੇ ਨੇ। ਹੁਣ ਕਰੀਏ ਕਿ ਕਦੀ ਸਾਨੂੰ ਇਹ ਖਿੱਚਦੇ ਨੇ ਜੋ ਬੀਤ ਗਿਆ ਹੈ, ਉਸ ਵੱਲ ਧਿਆਨ ਪਾਉਂਦੇ ਨੇ, ਅਤੇ ਕਦੀ ਸਾਡਾ ਧਿਆਨ ਪਾਉਂਦੇ ਨੇ ਜੋ ਹਲੇ ਸਾਨੂੰ ਪਤਾ ਹੀ ਨਹੀਂ ਅੱਗੇ ਹੋਣਾ ਕੀ ਹੈ। ਇਨ ਸ਼ੋਰਟ ਕਹਿ ਸਕਦੇ ਹਾਂ ਕਿ ਕਦੀ ਅਸੀਂ ਸੋਚਦੇ ਹਾਂ ਪਾਸਟ ਵੱਲ ਅਤੇ ਕਦੀ ਸੋਚਦੇ ਹਾਂ ਫਿਊਚਰ ਵੱਲ। ਅਤੇ ਇਹਦੇ ਨਾਲ ਹੁੰਦਾ ਕੀ ਹੈ, ਮਿਲਦਾ ਕੀ ਹੈ? ਕਈ ਵਾਰ ਕਿਸੇ ਦਾ ਜਿਹੜਾ ਬੀਤਿਆ ਸਮਾਂ ਹੈ ਉਹਦੇ ਵਿੱਚ ਕਈ ਵਾਰ ਬੜੇ ਤਰੀਕੇ ਨਾਲ ਉਹਨੇ ਦੁੱਖ ਦੇਖੇ ਹੁੰਦੇ ਨੇ। ਕਈ ਵਾਰ ਉਹਨੂੰ ਯਾਦ ਕਰਕੇ ਉਹ ਦੁਬਾਰਾ ਕਈ ਵਾਰ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦਾ ਹੈ। ਜੇ ਅਗਰ ਸਬਰ ਸੰਤੋਖ ਵਿੱਚ ਹੈ ਅਤੇ ਕਹਿੰਦਾ ਚਲੋ ਮਹਾਰਾਜ ਸ਼ੁਕਰ ਹੈ ਤੁਹਾਡਾ ਕਿ ਤੁਸੀਂ ਉਹ ਦਿਨ ਲੰਘਾ ਦਿੱਤੇ। ਅਤੇ ਕਈ ਵਾਰ ਫਿਰ ਗਿਲਾ ਵੀ ਕਰਦਾ ਹੈ ਕਿ ਮੇਰੇ ਨਾਲ ਕੀ ਨਹੀਂ ਹੋਇਆ, ਅਤੇ ਅਫਸੋਸ ਵੀ ਕਰ ਲੈਂਦਾ। ਅਤੇ ਜਾਂ ਫਿਰ ਚਲਾ ਜਾਂਦਾ ਅੱਗੇ ਵੱਲ, ਭਵਿੱਖ ਵੱਲ, ਕਿ ਜਿਹੜਾ ਆਉਣ ਵਾਲਾ ਸਮਾਂ ਹੈ ਹੁਣ ਉਹਦੇ 'ਚ ਪਤਾ ਨਹੀਂ ਕੀ ਹੋਏਗਾ। ਕਿਤੇ ਨਾ ਕਿਤੇ ਕਈ ਵਾਰ ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਅਤੇ ਕਈ ਵਾਰ ਇਸ ਕਾਰਨ ਲੇਕਿਨ ਹੋ ਕੀ ਰਿਹਾ, ਇਹ ਜੋ ਜ਼ਿੰਦਗੀ ਹੈ ਇਹ ਜਿਵੇਂ ਕਹਿ ਲਓ ਕਿ ਰੋਜ਼ ਹੀ ਰੋਜ਼ ਜਿਵੇਂ ਸਾਡਾ ਜਿਹੜਾ ਸਾਹ ਹੈ, ਰੋਜ਼ ਕੀ ਹੋ ਰਿਹਾ ਜੀ, ਨਿਕਲੀ ਜਾ ਰਹੀ ਹੈ। ਜਿਹੜੇ ਸਾਡੇ ਸਾਹ ਨੇ ਇਹ ਤਾਂ ਨਹੀਂ ਰੁਕ ਰਹੇ ਨਾ, ਕਹਿਣ ਤੋਂ ਭਾਵ ਸਮਾਂ ਨਹੀਂ ਰੁਕ ਰਿਹਾ। ਅਸੀਂ ਸਕਿੰਟ ਦੀ ਗੱਲ ਕਰ ਲਈਏ, ਮਿੰਟ ਦੀ ਗੱਲ ਕਰ ਲਈਏ, ਘੰਟੇ ਦੀ ਗੱਲ ਕਰ ਲਈਏ, ਅਤੇ ਇਹ ਤਾਂ ਚੱਲੀ ਜਾ ਰਹੇ ਨੇ ਨਾ। ਅਤੇ ਅਸੀਂ ਕੀ ਕਰ ਰਹੇ ਹਾਂ, ਜਾਂ ਤਾਂ ਘੁੰਮ ਰਹੇ ਹਾਂ ਪਾਸਟ ਵਿੱਚ ਜਾਂ ਘੁੰਮ ਰਹੇ ਹਾਂ ਫਿਊਚਰ ਵਿੱਚ। ਅਤੇ ਜਿਹੜਾ ਵਰਤਮਾਨ ਹੈ ਸਾਡਾ, ਜਿਹੜਾ ਪ੍ਰੈਜ਼ੈਂਟ ਹੈ, ਉਹਦੇ ਬਾਰੇ ਸਾਡੀ ਕੀ ਵਿਚਾਰ ਹੈ, ਉਹਨੂੰ ਅਸੀਂ ਕਿਵੇਂ ਜੀ ਰਹੇ ਹਾਂ, ਇਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ। ਕਿਉਂਕਿ ਜੋ ਵਰਤਮਾਨ ਹੈ ਸਾਡਾ, ਇਹੀ ਤਾਂ ਕੱਲ੍ਹ ਨੂੰ ਜਾ ਕੇ ਪਾਸਟ ਬਣੇਗਾ ਨਾ, ਅਤੇ ਇਹਨੇ ਹੀ ਜਾ ਕੇ ਫਿਰ ਫਿਊਚਰ ਬਣਾਉਣਾ ਹੈ। ਜੇ ਅਸੀਂ ਪਾਸਟ ਵਿੱਚ ਘੁੰਮ ਕੇ ਇਹਨੂੰ ਖੁਆਰ ਕਰਦੇ ਰਹੇ ਅਤੇ ਫਿਰ ਤਾਂ ਅਸੀਂ ਆਪਣਾ ਨੁਕਸਾਨ ਕਰ ਰਹੇ ਹਾਂ। ਕਿਉਂਕਿ ਜੋ ਹੱਥੋਂ ਨਿਕਲ ਚੁੱਕਾ ਹੈ ਉਹਨੇ ਵਾਪਸ ਆਉਣਾ ਨਹੀਂ, ਅੱਗੇ ਕੀ ਹੋਣਾ ਸਾਨੂੰ ਪਤਾ ਨਹੀਂ। ਅਤੇ ਕਿਉਂ ਨਾ ਅਸੀਂ ਜਿਹੜਾ ਆਪਣਾ ਧਿਆਨ ਹੈ ਉਸ ਨੂੰ ਵਰਤਮਾਨ ਵਿੱਚ ਲੈ ਕੇ ਆਈਏ, ਪ੍ਰੈਜ਼ੈਂਟ ਵਿੱਚ ਲੈ ਕੇ ਆਈਏ, ਇਹਨੂੰ ਸਮਝਾਈਏ ਕਿ ਇਹ ਜਿਹੜਾ ਸਮਾਂ ਹੈ ਨਾ ਤੇਰੇ ਲਈ ਇਸ ਟਾਈਮ ਸਿਰਫ ਇਹੀ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਕੋਸ਼ਿਸ਼ ਕਰ ਇਸ ਨੂੰ ਤੂੰ ਜੀ, ਇੰਜੋਏ ਕਰ, ਰੱਜ ਕੇ ਜੀ। ਸਾਨੂੰ ਬਥੇਰੇ ਜਿਹੜੇ ਗੁਰਬਾਣੀ ਵਿੱਚ ਵੀ ਪ੍ਰਮਾਣ ਮਿਲਦੇ ਨੇ ਕਿ ਬੀਤ ਜਹ ਜਨਮ ਅਕਾਜ ਰੇ, ਕਿਉਂ ਨਾ ਹਰ ਕੋ ਨਾਮ ਲੈ, ਮੂਰਖ ਨਿਲਾਜ ਰੇ। ਗੁਰਬਾਣੀ ਸਾਨੂੰ ਕਿੰਨੀ ਵਾਰ ਸਮਝਾਉਂਦੀ ਹੈ, ਲੇਕਿਨ ਜਿਹੜਾ ਸਾਡਾ ਮਨ ਹੈ, ਕਿਉਂਕਿ ਇਹ ਕਹਿ ਲਓ ਕਿ ਇੱਕ ਰੋਜ਼ ਦੀ ਇੱਕ ਲੜਾਈ ਹੈ, ਇੱਕ ਜੰਗ ਹੈ, ਇਹਨੇ ਰੋਜ਼ ਲੜਨੀ ਹੁੰਦੀ ਹੈ। ਉਹ ਵਿਕਾਰਾਂ ਦੀ ਜਿਹੜਾ ਕਹਿ ਲਓ ਕਿ ਜਿਹੜੀ ਫੌਜ ਹੈ ਇਹਨੂੰ ਰੋਜ਼ ਆ ਕੇ ਘੇਰਦੀ ਹੈ। ਕਦੀ ਇਹ ਕਾਮ ਤੋਂ ਹਾਰ ਜਾਂਦਾ ਹੈ, ਕਦੀ ਕ੍ਰੋਧ ਤੋਂ ਹਾਰ ਜਾਂਦਾ, ਕਦੀ ਲੋਭ ਤੋਂ ਹਾਰ ਜਾਂਦਾ, ਕਦੀ ਮੋਹ ਤੋਂ ਹਾਰ ਜਾਂਦਾ, ਕਦੀ ਇਹਦਾ ਅਹੰਕਾਰ ਜਿਹੜਾ ਇਹਨੂੰ ਡੁਬੋ ਦਿੰਦਾ ਹੈ। ਕਹਿਣ ਤੋਂ ਭਾਵ ਰੋਜ਼ ਜਿਹੜਾ ਜਿੱਤਣਾ ਇੰਨਾ ਵੀ ਸੌਖਾ ਨਹੀਂ ਹੁੰਦਾ ਨਾ। ਤਾਂ ਹੀ ਤਾਂ ਇਹ ਜਿਹੜੀ ਜ਼ਿੰਦਗੀ ਹੈ, ਇਸ ਨੂੰ ਜੇ ਅਸੀਂ ਬਿਲਕੁਲ ਹੀ ਕਹਿ ਲਓ ਕਿ ਜਦ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਲੜਾਈ ਹੈ ਕਿਹਦੇ ਨਾਲ, ਅਸੀਂ ਤਾਂ ਇਨਸਾਨ ਹੀ ਇਨਸਾਨ ਨਾਲ ਲੜੀ ਜਾ ਰਹੇ ਹਾਂ। ਕਾਰਨ ਸਮਝ ਨਹੀਂ ਰਹੇ ਮੂਲ ਕੀ ਹੈ ਉਹਦਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜਿਹੜੇ ਇਹ ਵਿਕਾਰ ਨੇ ਨਾ, ਇਹ ਜਿਹੜੇ ਜੜ ਨੇ, ਅਸਲ ਵਿੱਚ ਜੜ ਇਹੀ ਹੈ। ਲੜਾਈ ਅਸਲੀ ਜਿਹੜੀ ਸਾਡੀ ਹੈ ਉਹ ਇਹਨਾਂ ਨਾਲ ਹੈ। ਅਸੀਂ ਲੜ ਕਿਤੇ ਹੋਰ ਰਹੇ ਹਾਂ, ਸਾਡਾ ਨਿਸ਼ਾਨਾ ਜਿਹੜਾ ਉਹ ਗਲਤ ਪਾਸੇ ਜਾ ਰਿਹਾ। ਤਾਂ ਹੀ ਕਰਕੇ ਅਸੀਂ ਜ਼ਿੰਦਗੀ ਵਿੱਚ ਦੇਖਦੇ ਹਾਂ ਹਮੇਸ਼ਾ ਕਿਤੇ ਨਾ ਕਿਤੇ ਚਿੰਤਾ ਬਣੀ ਰਹਿੰਦੀ ਹੈ, ਸਟ੍ਰੈਸ ਬਣਿਆ ਰਹਿੰਦਾ ਹੈ। ਅਸੀਂ ਸੋਚਦੇ ਰਹਿੰਦੇ ਹਾਂ ਕਿ ਹੁਣ ਕੀ ਕਰੀਏ, ਉਹਦਾ ਕੀ ਕਰਾਂ, ਇਹਦਾ ਕੀ ਕਰਾਂ, ਹੁਣ ਆਉਣ ਵਾਲੇ ਟਾਈਮ 'ਚ ਕੀ ਹੋਏਗਾ। ਇਹ ਸਾਰੇ ਜਿਹੜੇ ਸਵਾਲ ਜਿਹੜੇ ਨੇ ਨਾ, ਇਹ ਕਿਉਂ ਖੜ੍ਹੇ ਹੋਈ ਜਾ ਰਹੇ ਨੇ? ਕਿਉਂਕਿ ਅਸੀਂ ਸੋਚ ਹੀ ਰਹੇ ਹਾਂ ਇਸ ਤਰੀਕੇ ਦੇ ਨਾਲ ਕਿ ਹਾਂ ਬਈ
ਅੱਗੇ ਕੀ ਹੋਏਗਾ ਜਾਂ ਜਿਹੜਾ ਪਿੱਛੇ ਬੀਤ ਗਿਆ ਉਹਦੇ ਬਾਰੇ ਸੋਚਣ ਲੱਗ ਜਾਂਦੇ ਹਾਂ। ਤੇ ਕਿਉਂ ਨਾ ਅਸੀਂ ਆਪਣਾ ਪ੍ਰੈਜ਼ੈਂਟ, ਆਪਣਾ ਵਰਤਮਾਨ ਇਹਨੂੰ ਸਵਾਰਨ ਦੀ ਕੋਸ਼ਿਸ਼ ਕਰੀਏ, ਇਸ ਪਾਸੇ ਧਿਆਨ ਦੇਵਾਂਗੇ ਨਾ। ਤੇ ਜਿਹੜਾ ਦੇਖੋ ਨਿਕਲ ਗਿਆ, ਉਦੋਂ ਉਹ ਸਾਨੂੰ ਇੱਕ ਸਿੱਖਿਆ ਕਹਿ ਲਓ ਕਿ ਸਿੱਖਿਆ ਮਾਤਰ ਸੀਗਾ ਕਿ ਹਾਂ ਜੀ ਅਗਰ ਕੋਈ ਗਲਤੀ ਹੋਈ ਹੈ ਜਾਣੇ ਅਣਜਾਣੇ ਵਿੱਚ ਤੇ ਉਹਦੇ ਵੱਲ ਝਾਤ ਮਾਰਨਾ ਗਲਤ ਨਹੀਂ ਹੁੰਦਾ। ਉਸ ਤੋਂ ਸਿੱਖਿਆ ਲੈ ਕੇ ਹੁਣ ਜਿਹੜਾ ਕਹਿ ਲਓ ਕਿ ਜਿਹੜਾ ਪ੍ਰੈਜ਼ੈਂਟ ਹੈ ਅਗਰ ਸਵਾਰ ਲਿਆ ਤੇ ਚੰਗੀ ਗੱਲ ਹੀ ਹੈ ਨਾ। ਅਗਰ ਮੰਨ ਲਓ, ਕਿਉਂਕਿ ਦੇਖੋ ਵਿਚਾਰ ਨੇ, ਫੁਰਨੇ ਨੇ, ਹੁਣ ਇਹਨਾਂ ਨੂੰ ਐ ਤੇ ਹੈ ਨਹੀਂ ਬਈ ਕੋਈ ਸਾਡੇ ਸਰੀਰ ਵਿੱਚ ਕੋਈ ਬਟਨ ਲੱਗਾ ਜੇ ਅਸੀਂ ਦਬਾਵਾਂਗੇ ਜੀ ਹੁਣ ਤੇ ਪਾਸਟ ਦਾ ਕੋਈ ਫੁਰਨਾ ਨਹੀਂ ਆਏਗਾ, ਜਾਂ ਅਸੀਂ ਦਬਾਵਾਂਗੇ ਤੇ ਕੋਈ ਪ੍ਰੈਜ਼ੈਂਟ ਦਾ ਫੁਰਨਾ ਹੀ ਆਏਗਾ, ਫਿਊਚਰ ਦਾ ਕੋਈ ਫੁਰਨਾ ਨਹੀਂ ਆਏਗਾ। ਅਜਿਹਾ ਤੇ ਨਹੀਂ ਹੋ ਸਕਦਾ ਨਾ। ਇਸ ਲਈ ਸਾਨੂੰ ਕਹਿ ਲਓ ਕਿ ਰੋਜ਼ ਦਾ ਇੱਕ ਅਭਿਆਸ ਹੈ, ਪ੍ਰੈਕਟਿਸ ਹੈ। ਸਾਨੂੰ ਸਮਝਣਾ ਪਏਗਾ, ਆਪਣੇ ਨਾਲ ਬਹਿਣਾ ਪਏਗਾ। ਸਭ ਤੋਂ ਵੱਡੀ ਗੱਲ ਇਹ ਹੈ, ਅਸੀਂ ਪੂਰਾ ਦਿਨ ਜਾਂਦੇ ਹਾਂ, ਸਵੇਰੇ ਤੋਂ ਲੈ ਕੇ ਸਾਡੀ ਦਿਨਚਰਿਆ ਸ਼ੁਰੂ ਹੋ ਗਈ, ਆਪਣਾ ਕਾਰ ਵਿਹਾਰ ਕੀਤਾ, ਸ਼ਾਮੀ ਆ ਕੇ ਅਸੀਂ ਬਹਿੰਦੇ ਹਾਂ। ਅਸੀਂ ਆਪਣੇ ਕੋਈ ਮਾਂ ਪਿਓ ਨਾਲ ਬਹਿ ਜਾਂਦਾ, ਕੋਈ ਭੈਣ ਭਰਾ ਨਾਲ ਬਹਿ ਜਾਂਦਾ ਹੈ, ਪਰ ਆਪਣੇ ਨਾਲ ਕੋਈ ਬੈਠਦਾ ਹੈ? ਆਪਣੇ ਲਈ ਕਿਸੇ ਕੋਲ ਸਮਾਂ ਹੀ ਨਹੀਂ ਹੈ। ਆਪਣੇ ਨੂੰ ਉਹ ਜਾਣਦਾ ਹੀ ਨਹੀਂ ਉਹ ਹੈ ਕੌਣ ਅਸਲ ਵਿੱਚ। ਉਹ ਉਹੀ ਸਮਝਦਾ ਜੋ ਉਹਨੂੰ ਦੁਨੀਆ ਸਮਝਦੀ ਹੈ। ਕੋਈ ਅਕਾਊਂਟੈਂਟ ਹੈ, ਉਹ ਸਮਝਦਾ ਕਿ ਬਈ ਮੈਂ ਤਾਂ ਅਕਾਊਂਟੈਂਟ ਆ, ਮੇਰਾ ਕੰਮ ਹੈ ਅਕਾਊਂਟ ਨੂੰ ਕਰਨਾ। ਅਤੇ ਹੋਰ ਕੋਈ ਕਹਿ ਲਓ ਕਿ ਅਲੱਗ-ਅਲੱਗ ਫੀਲਡ ਸਭ ਦੇ, ਡਾਕਟਰ ਹੈ ਜਿਹੜਾ, ਉਹ ਸੋਚਦਾ ਮੈਂ ਤਾਂ ਡਾਕਟਰ ਹੀ ਹਾਂ। ਵਕੀਲ ਹੈ ਤਾਂ ਚਲੋ ਠੀਕ ਹੈ, ਦੁਨੀਆ ਉਹਨੂੰ ਵਕੀਲ ਸਾਹਿਬ ਕਹਿੰਦੀ ਹੈ, ਤੁਹਾਨੂੰ ਲੱਗਦਾ ਹਾਂ ਮੈਂ ਵਕੀਲ ਹੀ ਹਾਂ। ਪਰ ਅਸਲ ਵਿੱਚ, ਸੱਚ ਵਿੱਚ ਇਹ ਤਾਂ ਚਲੋ ਦੁਨਿਆਵੀ ਤੌਰ 'ਤੇ ਹੋ ਗਏ ਨਾ, ਪਰ ਸਾਡੀ ਅੰਦਰ ਦੀ ਜਿਹੜੀ ਕਹਿ ਲਓ ਜਿਹੜਾ ਰੋਗ ਹੈ, ਬਿਮਾਰੀ ਹੈ, ਉਹਦੇ ਬਾਰੇ ਅਸੀਂ ਕਦੋਂ ਜਾਣਾਂਗੇ? ਉਹਦੇ ਬਾਰੇ ਅਸੀਂ ਉਹਦਾ ਕਹਿ ਲਓ ਕਿ ਸਮਾਧਾਨ ਕਰਨਾ, ਉਹਦਾ ਹੱਲ ਕਰਨਾ ਕਦੋਂ ਸ਼ੁਰੂ ਕਰਾਂਗੇ? ਜਦੋਂ ਅਸੀਂ ਉਹਦੇ ਬਾਰੇ ਗੱਲ ਕਰਾਂਗੇ, ਉਹਦੇ ਲਈ ਸਮਾਂ ਕੱਢਾਂਗੇ, ਬੈਠਾਂਗੇ ਨਾਲ, ਤਾਂ ਸਾਨੂੰ ਪਤਾ ਲੱਗੇਗਾ ਵੀ ਹਾਂ ਇਸ 'ਤੇ ਸਾਨੂੰ ਕੰਮ ਕਰਨਾ ਹੈ। ਇਹ ਸਾਡਾ ਜਿਹੜਾ ਹੈ, ਇਹ ਸਾਡੀ ਪ੍ਰੋਬਲਮ ਹੈ, ਇਹ ਸਾਡਾ ਸੋਲੂਸ਼ਨ ਹੈ। ਇਹ ਸਾਨੂੰ ਹੁਣ ਅਭਿਆਸ ਵਿੱਚ ਲੈ ਕੇ ਆਉਣਾ ਪਏਗਾ, ਪ੍ਰੈਕਟਿਸ ਇਹਦੀ ਕਰਨੀ ਪਏਗੀ। ਇੱਦਾਂ ਨਹੀਂ ਹੁਣ ਅਗਰ ਕੋਈ ਮੰਨ ਲਓ ਕੋਈ ਡਿਗਰੀ ਕਰ ਵੀ ਲੈਂਦਾ ਤੇ ਇਹਦਾ ਮਤਲਬ ਇਹ ਤਾਂ ਨਹੀਂ ਨਾ ਉਹਦੇ 'ਚ ਉਹ ਬਿਲਕੁਲ ਬਈ ਕਹਿ ਲਓ ਕਿ ਪਰਫੈਕਟ ਹੋ ਗਿਆ, ਬਈ ਹੁਣ ਉਹਨੂੰ ਸਾਰਾ ਕੰਮ ਆ ਗਿਆ। ਨਹੀਂ, ਜ਼ਿੰਦਗੀਆਂ ਲੰਘ ਜਾਂਦੀਆਂ। ਅਗਰ ਵਕੀਲ ਹੈ ਤਾਂ ਕਿੰਨੇ ਕੇਸ ਲੜਦਾ ਹੈ, ਕਿੰਨੇ ਹਾਰਦਾ, ਕਿੰਨੇ ਜਿੱਤਦਾ ਹੈ, ਉਹਦੇ ਬਾਰੇ ਵਿਚਾਰਦਾ ਹੈ ਕਿ ਹਾਂ ਮੈਂ ਇਹ ਕੇਸ ਇਸ ਕਾਰਨ ਹਾਰਿਆ ਸੀ, ਅੱਗੇ ਮੈਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ। ਡਾਕਟਰ ਹੈ, ਸਾਰੇ ਆਪਰੇਸ਼ਨ ਸਕਸੈਸਫੁਲ ਤਾਂ ਨਹੀਂ ਕਰਦਾ, ਜਾਂ ਸਾਰੇ ਮਰੀਜ਼ਾਂ ਦਾ ਕਹਿ ਲਓ ਕਿ ਬਈ ਇਲਾਜ ਕਰਕੇ ਭੇਜ ਦਿੰਦਾ, ਅਜਿਹਾ ਨਹੀਂ ਹੁੰਦਾ। ਉਹ ਵੀ ਆਪਣਾ ਜਿਵੇਂ ਉਹਦਾ ਤਜਰਬਾ ਵੱਧਦਾ ਜ਼ਿੰਦਗੀ ਦਾ, ਅਤੇ ਧੀਰੇ ਧੀਰੇ ਫਿਰ ਉਹਨੂੰ ਸਮਝ ਆਉਂਦੀ ਹੈ ਹਾਂ ਵੀ ਮੈਂ ਇਹਨੂੰ ਇਹ ਦਵਾਈ ਦਿੱਤੀ ਸੀ, ਇਹ ਅਸਰ ਨਹੀਂ ਕਰਦੀ ਜ਼ਿਆਦਾ, ਇਹਦੇ ਨਾਲੋਂ ਵੱਧ ਇਹ ਦਵਾਈ ਅਸਰ ਕਰਦੀ ਹੈ। ਇਹ ਵੀ ਤਜਰਬਾ ਹੋ ਗਿਆ ਜ਼ਿੰਦਗੀ ਦਾ। ਇਸੇ ਤਰੀਕੇ ਨਾਲ ਹੁਣ ਅਸੀਂ ਕਰਨਾ ਕੀ ਚਾਹੁੰਦੇ ਹਾਂ? ਅਸੀਂ ਆਪਣੇ ਆਪ ਨੂੰ ਕਰਨਾ ਚਾਹੁੰਦੇ ਹਾਂ ਚਿੰਤਾ ਮੁਕਤ, ਕਿ ਸਾਨੂੰ ਕੋਈ ਚਿੰਤਾ ਹੀ ਨਾ ਰਹੇ, ਅਸੀਂ ਹਮੇਸ਼ਾ ਖੁਸ਼ ਰਹੀਏ, ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੀਏ। ਪਰ ਉਹਦੇ ਪਿੱਛੇ ਕਰਦੇ ਕੀ ਹਾਂ? ਅਸੀਂ ਕੁਛ ਨਹੀਂ ਕਰਦੇ। ਉਹਦੇ ਲਈ ਵੀ ਤਾਂ ਕੋਈ ਨਾ ਕੋਈ ਅਭਿਆਸ ਕਰਨਾ ਪਏਗਾ ਨਾ, ਬਹਿਣਾ ਪਏਗਾ ਆਪਣੇ ਨਾਲ, ਦੇਖਣਾ ਪਏਗਾ ਕਿਹੜਾ ਐਸਾ ਰੋਜ਼ ਦਾ ਐਸਾ ਜਿਹੜਾ ਕਾਰਨ ਹੈ ਜੋ ਮੈਨੂੰ ਦੁਖੀ ਕਰਦਾ ਹੈ। ਆਖਿਰ ਮੇਰਾ ਦੁੱਖ ਦਾ ਕਾਰਨ ਕੀ ਹੈ? ਕਦੀ ਮੈਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਉਹਦਾ ਸਮਾਧਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਫਿਰ ਕਿਵੇਂ ਹੋ ਜਾਏਗਾ? ਆਪਣੇ ਆਪ ਤੇ ਕੁਛ ਨਹੀਂ ਹੁੰਦਾ ਨਾ। ਇਸ ਲਈ ਕਹਿੰਦੇ ਨਾ, ਗੁਰ ਕੀ ਮਤ ਤੂੰ ਲੇਹ ਇਆਨੇ। ਇਆਨੇ ਕਹਿੰਦੇ ਮੂਰਖ ਬੰਦੇ ਨੂੰ, ਜਿਹਨੂੰ ਸਮਝ ਨਾ ਹੋਏ। ਅਤੇ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਤੂੰ ਗੁਰੂ ਦੀ ਮੱਤ ਲੈ, ਗੁਰੂ ਦੀ ਜਿਹੜੀ ਸੋਚ ਹੈ ਨਾ ਉਹਨੂੰ ਧਾਰਨ ਦੀ ਕੋਸ਼ਿਸ਼ ਕਰ। ਜਿਹਨੂੰ ਨਤਮਸਤਕ ਹੋ ਰਿਹਾ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰ, ਉਹਦੇ ਗੁਣਾਂ ਨੂੰ ਪੜ੍ਹਿਆ ਕਰ। ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰਬਾਣੀ ਸਾਨੂੰ ਕਹਿੰਦੀ ਜੋ ਭਗਤੀ ਨਹੀਂ ਕਰ ਰਿਹਾ, ਜੋ ਨਾਮ ਨਹੀਂ ਜਪ ਰਿਹਾ, ਭਾਵੇਂ ਦੁਨਿਆਵੀ ਤੌਰ 'ਤੇ ਉਹ ਸਿਆਣਾ ਹੋਏ, ਲੋਕ ਉਹਨੂੰ ਸਾਹਿਬ ਜੀ ਕਹਿ ਕੇ ਬੁਲਾਉਂਦੇ ਹੋਣ, ਪਰ ਪੱਲੇ ਜੇ ਉਹਦੇ ਨਾਮ ਨਹੀਂ ਹੈ, ਭਗਤੀ ਨਹੀਂ ਹੈ, ਅਤੇ ਗੁਰੂ ਸਾਹਿਬ ਕਹਿੰਦੇ ਉਹ ਸਿਆਣਾ ਵੀ ਜਿਹੜਾ ਹੈ ਨਾ ਉਹ ਡੁੱਬਿਆ। ਕਿਉਂ ਡੁੱਬਿਆ? ਕਿਉਂਕਿ ਚਿੰਤਾ ਉਹਨੂੰ ਵੀ ਡੁਬੋ ਰਹੀ ਹੈ, ਸਾਨੂੰ ਸਭ ਨੂੰ ਡੁਬੋ ਰਹੀ ਹੈ। ਕਿਉਂਕਿ ਸਾਨੂੰ ਕੱਢਣਾ ਪਏਗਾ ਸਮਾਂ ਆਪਣੇ ਲਈ, ਵਰਤਮਾਨ ਨੂੰ ਸਵਾਰਨਾ ਪਏਗਾ। ਪਾਸਟ ਜਿਹੜਾ ਹੈ ਉਸ ਤੋਂ ਸਾਨੂੰ ਅਸੀਂ ਲੈ ਸਕਦੇ ਹਾਂ, ਰੈਫਰੈਂਸ ਲੈ ਸਕਦੇ ਹਾਂ, ਸਿੱਖਿਆ ਲੈ ਸਕਦੇ ਹਾਂ ਕਿ ਕੀ ਗਲਤੀਆਂ ਹੋਈਆਂ, ਅਤੇ ਪ੍ਰੈਜ਼ੈਂਟ ਵਿੱਚ ਸਾਨੂੰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਬਹਿਣਾ ਪਏਗਾ, ਆਪਣੇ ਨਾਲ ਬਹਿਣਾ ਬਹੁਤ ਜ਼ਰੂਰੀ ਹੈ। ਦਿਨ ਵਿੱਚ ਕੋਸ਼ਿਸ਼ ਕਰੀਏ ਕਿ ਕੋਈ ਸਮਾਂ ਸਾਡੇ ਆਪਣੇ ਲਈ ਵੀ ਹੋਏ। ਸਭ ਦੇ ਲਈ ਸਮਾਂ ਕੱਢਦੇ ਆ ਨਾ, ਨੌਕਰੀ ਲਈ ਵੀ ਪਤਾ ਹੈ ਕਿ ਇੰਨੇ ਵਜੇ ਪਹੁੰਚਣਾ, ਅਤੇ ਪਹੁੰਚਣਾ ਹੀ ਹੈ। ਪਤਾ ਵੀ ਬੌਸ ਨੇ ਫਿਰ ਸੁਣਾ ਦੇਣੀਆਂ ਗੱਲਾਂ, ਆਪਣਾ ਕੰਮ ਹੈ ਤਾਂ ਵੀ ਅਸੀਂ ਸਮੇਂ ਸਿਰ ਜਾਂਦੇ ਹਾਂ। ਅਤੇ ਕਿਉਂ ਨਹੀਂ ਫਿਰ ਆਪਣੇ ਕੋਲ ਆ ਕੇ ਬਹਿੰਦੇ ਹਾਂ?
आओ कोशिश करिए सारे मिल के, क्योंकि ਜ਼ਿੰਦਗੀ ਹੈ ਇਹ ਤਜਰਬਾ ਜਿਉਂ-ਜਿਉਂ ਅੱਗੇ ਵਧੇਗਾ ਤਿਉਂ-ਤਿਉਂ ਹੋਰ ਗੱਲਾਂ ਨਿਕਲਦੀਆਂ ਨੇ। ਸਾਨੂੰ ਰੋਜ਼ ਹੀ ਕੋਈ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਜਿਹੜਾ ਸਿੱਖਣ ਦਾ ਚਾਹਵਾਨ ਹੈ ਉਹਨੂੰ ਜ਼ਰੂਰ ਜ਼ਿੰਦਗੀ ਰੋਜ਼ ਕੋਈ ਨਾ ਕੋਈ ਸਬਕ ਸਿਖਾਉਂਦੀ ਹੈ, ਪਰ ਸ਼ਰਤ ਹੈ ਉਹ ਸਿੱਖਣ ਵਾਲਾ ਹੋਵੇ। ਜਿਹੜਾ ਨਹੀਂ ਹੈ ਉਹੀ ਗੱਲ ਹੋ ਗਈ ਫਿਰ, ਜੇ ਤੁਸੀਂ ਹੀਰੇ ਦਾ ਮੁੱਲ ਪਾਉਣਾ ਹੈ ਤੇ ਫਿਰ ਉਹ ਜੋਹਰੀ ਪਾ ਸਕਦਾ ਹੈ। ਇਸੀ ਤਰੀਕੇ ਨਾਲ ਜਿਹੜਾ ਜੀਵਨ ਹੈ ਨਾ ਸਾਡਾ, ਜੋ ਜ਼ਿੰਦਗੀ ਸਾਨੂੰ ਮਿਲੀ ਹੈ, ਇਹ ਅਨਮੋਲ ਹੈ। ਜੇ ਅਸੀਂ ਜੋਹਰੀ ਬਣ ਕੇ ਇਸ ਨੂੰ ਪਰਖਾਂਗੇ ਨਾ ਤੇ ਫਿਰ ਸਾਨੂੰ ਇਹਦਾ ਮੁੱਲ ਪਤਾ ਲੱਗਣਾ ਹੈ। ਐਵੇਂ ਛੋਟੀ ਛੋਟੀ ਗੱਲਾਂ ਤੋਂ ਉੱਪਰ ਉੱਠੀਏ, ਆਪਸ ਵਿੱਚ ਵੈਰ ਵਿਰੋਧ ਦੂਰ ਕਰਕੇ ਜਿਹੜੇ ਅਸਲੀ ਜਿਹੜੇ ਵੀ ਸਾਡੇ ਕਹਿ ਲਓ ਕਿ ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਖਿਲਾਫ ਜਿਹੜਾ ਮੋਰਚਾ ਆਪਣਾ ਖੋਲੀਏ ਤੇ ਤਕੜੇ ਹੋ ਕੇ ਆਪਣਾ ਵਰਤਮਾਨ ਸੰਭਾਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।